ਵੈਲਕਮ ਬੈਕ। ਮੈਂ ਮਨਵੀਰ ਕੌਰ। ਬੀਤੇ ਕੱਲ SGPC ਵੱਲੋਂ ਐਲਾਨ ਕੀਤਾ ਗਿਆ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਜਿਹੜੀ ਆ ਉਹ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਆ, ਸੈਂਟਰਲ ਸਿੱਖ ਮਿਊਜ਼ੀਅਮ ਹੈ, ਉਹਦੇ ਵਿੱਚ ਸਥਾਪਿਤ ਕੀਤੀ ਜਾਊਗੀ, ਜਿੱਥੇ ਆਲਰੈਡੀ ਜਿਹੜੀਆਂ ਵੱਡੀਆਂ ਹਸਤੀਆਂ ਹੋਈਆਂ ਨੇ, ਸ਼ਖਸੀਅਤਾਂ ਹੋਈਆਂ ਨੇ, ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਪੰਥ ਲਈ ਯੋਗਦਾਨ ਪਾਇਆ ਆਪਣਾ, ਉਹਨਾਂ ਦੀਆਂ ਤਸਵੀਰਾਂ ਉੱਥੇ ਸੁਸ਼ੋਭਿਤ ਨੇ। ਉਹਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਵੀ ਐਡ ਕੀਤੀ ਜਾਏਗੀ ਤਸਵੀਰ, ਇਸ ਕਰਕੇ ਇਹ ਕੱਲ ਐਲਾਨ ਹੋਇਆ ਸੀ। ਅੱਜ ਮੈਂ ਵੀਡੀਓ ਇਸੇ ਕਰਕੇ ਬਣਾ ਰਹੀ ਹਾਂ ਕਿਉਂਕਿ ਇਸ ਫੈਸਲੇ ਦੇ ਕੁਝ ਅਣਦਿੱਖੇ ਪੱਖ ਨੇ ਜਿਹੜੇ ਆਪਣੇ ਪਿੱਛੇ ਵਾਪਰੇ ਨੇ, ਉਹਨਾਂ ਪੱਖਾਂ ਨੂੰ, ਉਹਨਾਂ ਤੱਥਾਂ ਨੂੰ ਮੈਂ ਸਵਾਲਾਂ ਦੇ ਰੂਪ ਦੇ ਵਿੱਚ ਇੱਥੇ ਤੁਹਾਡੇ ਸਾਹਮਣੇ ਇਸ ਵੀਡੀਓ 'ਚ ਪੇਸ਼ ਕਰਾਂਗੀ। ਸਭ ਤੋਂ ਪਹਿਲੀ ਚੀਜ਼ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਬਾਰੇ ਮੇਰੀ ਇੱਕ ਅਲੱਗ ਵੀਡੀਓ ਹੈਗੀ ਆ, ਉਹ ਮੈਂ ਆਈ ਕਾਰਡ 'ਚ ਪਾ ਦਾਂਗੀ, ਤੁਸੀਂ ਦੇਖ ਸਕਦੇ ਹੋ ਕਿ ਅਗਰ ਉਹ ਕੌਣ ਸੀ ਜੇ ਤੁਹਾਨੂੰ ਨਹੀਂ ਪਤਾ। ਭਾਈ ਬਲਵਿੰਦਰ ਸਿੰਘ ਜਟਾਣਾ ਨੇ SYL ਰੋਕਣ ਦੇ ਲਈ, ਉਸ SYL ਦੇ ਕੰਮ ਨੂੰ ਰੋਕਣ ਦੇ ਮੰਤਵ ਦੇ ਨਾਲ 1990 ਦੇ ਵਿੱਚ ਸੈਕਟਰ 26 ਚੰਡੀਗੜ੍ਹ ਦੇ ਵਿੱਚ SYL ਦਾ ਜਿਹੜਾ ਮੇਨ ਆਫਿਸ ਸੀ, ਉੱਥੇ ਜਾ ਕੇ ਇੱਕ ਅਟੈਕ ਕੀਤਾ ਸੀ। ਉਸ ਅਟੈਕ ਦੇ ਵਿੱਚ ਇੱਕ ਸਿਕਰੀ ਨਾਮ ਦੇ ਇੰਜੀਨੀਅਰ ਸੀ, ਉਹਨਾਂ ਦੀ ਮੌਤ ਹੋਈ। ਇੱਕ ਹੋਰ ਇੰਜੀਨੀਅਰ ਸੀ ਜਿਹੜੇ ਅਵਤਾਰ ਸਿੰਘ ਔਲਖ ਸੀ, ਉਹਨਾਂ ਦੀ ਮੌਤ ਹੋਈ, ਔਰ ਨਾਲ ਇੱਕ ਹੋਰ ਸੀ ਜਿਹੜੇ ਜ਼ਖਮੀ ਹੋਏ ਨੇ। ਇਸ ਤੋਂ ਇਲਾਵਾ SYL ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਬਹੁਤ ਘਟਨਾਵਾਂ 1989, 1988 ਤੋਂ ਹੀ ਸ਼ੁਰੂ ਹੋ ਜਾਂਦੀਆਂ, 1990 ਤੱਕ ਚੱਲਦੀਆਂ ਨੇ, ਜਿਹਦੇ ਵਿੱਚ ਕਈ ਮਜ਼ਦੂਰਾਂ ਨੂੰ ਵੀ, ਬੇਕਸੂਰ ਮਜ਼ਦੂਰਾਂ ਨੂੰ ਵੀ ਮਾਰਿਆ ਜਾਂਦਾ ਹੈ। ਸੋ ਇਹ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਦਾ, ਜਿਹੜਾ ਉਹਨਾਂ ਨੇ 26 ਸੈਕਟਰ ਜਾ ਕੇ ਅਟੈਕ ਕੀਤਾ ਸੀ। ਉਸ ਤੋਂ ਬਾਅਦ ਤੋਂ ਹੁਣ ਤੱਕ 1990 ਤੋਂ 2022 ਤੱਕ SYL ਦਾ ਕੰਮ ਉੱਥੇ ਹੀ ਰੁਕਿਆ ਹੋਇਆ ਹੈ। ਜਿਹੜੀ ਕਾਨੂੰਨੀ ਲੜਾਈ ਆ ਉਹ ਸਾਈਡ ਬਾਈ ਸਾਈਡ ਚੱਲ ਰਹੀ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ SGPC ਨੇ 32 ਸਾਲਾਂ ਬਾਅਦ ਇਹ ਫੈਸਲਾ ਲਿਆ ਕਿ ਹੁਣ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਜਿਹੜੀ ਉੱਥੇ ਲਾਈ ਜਾਏਗੀ। 32 ਸਾਲਾਂ ਤੋਂ SGPC ਨੂੰ ਉਹਨਾਂ ਦਾ ਯੋਗਦਾਨ ਨਜ਼ਰ ਕਿਉਂ ਨਹੀਂ ਆਇਆ, ਜਾਂ ਇਹਦੇ ਪਿਛਲੇ ਕੀ ਤੱਥ ਸੀਗੇ ਉਹ ਸਪਸ਼ਟ ਨਹੀਂ ਹੈ। SYL ਗਾਣੇ ਤੋਂ ਪ੍ਰਭਾਵਿਤ ਹੋ ਕੇ ਕੀ SGPC ਨੇ ਯਾਦ ਆਇਆ, ਜਾਂ ਉਹਨਾਂ ਨੂੰ ਲੱਗਾ ਕਿ ਯੈਸ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਯੋਗਦਾਨ ਸੀ, ਇਸ ਕਰਕੇ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਐਡ ਔਨ ਕਰਨੀ ਚਾਹੀਦੀ ਆ। SYL ਗਾਣਾ ਉਹੀ ਸਿੱਧੂ ਮੂਸੇਵਾਲਾ ਜਿਹੜਾ ਗਾਇਆ ਹੋਇਆ, ਉਹੀ ਸਿੱਧੂ ਮੂਸੇਵਾਲਾ ਜਿਹਨੇ ਇੱਕ ਵਾਰੀ ਗਾਣਾ ਗਾਇਆ ਸੀ ਮਾਈ ਭਾਗੋ ਦੀ ਤਸੀਰ ਵਰਗੀ ਗਾਣਾ, ਔਰ ਉਸ ਤੋਂ ਬਾਅਦ ਉਹਦੇ ਤੇ ਜਿਹੜੀ FIR ਤੱਕ ਵੀ, ਕੰਪਲੇਂਟ ਵੀ ਰਜਿਸਟਰ ਕਰਵਾਈ ਗਈ ਸੀ, ਔਰ SGPC ਨੇ ਕੰਡੈਮ ਕੀਤਾ ਸੀ ਉਸ ਗਾਣੇ ਨੂੰ, ਔਰ ਉਹਨਾਂ ਨੇ ਕਿਹਾ ਸੀ ਕਿ ਇਹ ਧਾਰਮਿਕ ਜਿਹੜੇ ਸੈਂਟੀਮੈਂਟ ਹੈ ਉਹਨਾਂ ਨੂੰ ਹਰਟ ਕਰਦਾ। ਸੋ ਇੱਥੇ ਇੱਕ ਰਿਡਲ ਬਣ ਜਾਂਦੀ ਹੈ ਕਿ ਉਹ ਸਿੰਗਰ ਜਿਹਨੂੰ SGPC ਨੇ ਕਦੀ ਉਹਦੇ ਗਾਣਿਆਂ ਤੇ ਇਤਰਾਜ਼ ਜਤਾਇਆ ਸੀ, ਮੈਂ ਨਹੀਂ ਕਹਿੰਦੀ ਕਿ ਉਹ ਇਤਰਾਜ਼ SGPC ਦਾ ਜਾਇਜ਼ ਨਹੀਂ ਸੀਗਾ, ਬਟ ਉਹ ਇਤਰਾਜ਼ ਸੀ, ਕੰਪਲੇਂਟ ਤੱਕ ਗੱਲ ਗਈ। ਉਸ ਤੋਂ ਬਾਅਦ ਉਹ ਸਿੰਗਰ SYL ਗਾਣਾ ਕੱਢਦਾ, ਔਰ ਉਹ ਆਪਣੇ ਮਰਨ ਉਪਰੰਤ ਉਹਦਾ ਗਾਣਾ ਰਿਲੀਜ਼ ਹੁੰਦਾ, ਔਰ ਉਹਦੇ ਗਾਣੇ ਦੇ ਵਿੱਚੋਂ SGPC ਨੂੰ ਭਾਈ ਜਟਾਣਾ ਦਾ ਯੋਗਦਾਨ ਦਿਖਦਾ ਹੈ, ਔਰ ਫਿਰ ਉਹ ਜਿਹੜਾ SYL ਗਾਣਾ ਆ ਉਹ ਬੈਨ ਕਰ ਦਿੱਤਾ ਜਾਂਦਾ ਤੇ ਭਾਈ ਜਟਾਣਾ ਦੀ ਜਿਹੜੀ ਇਮੇਜ ਆ, ਜਿਹੜੀ ਉਹਨਾਂ ਦੀ ਤਸਵੀਰ ਆ, ਉਹ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਐਲਾਨ ਕਰ ਦਿੱਤਾ ਜਾਂਦਾ। ਸੋ ਜਿਹੜੇ ਇਹ ਘਟਨਾਕ੍ਰਮ, ਇਹ ਜਿਹੜੀ ਰਿਡਲ ਹੈ, ਇਹ ਲੋਕਾਂ ਦੇ ਵਿੱਚ ਸਪਸ਼ਟੀਕਰਨ ਨਹੀਂ ਦੇ ਰਹੀ SGPC ਆਪਣਾ ਕਿਸੇ ਵੀ ਤਰ੍ਹਾਂ ਦਾ ਕਿ ਉਹਨਾਂ ਦਾ ਪ੍ਰੋਪਰ ਸਟਾਂਸ ਕੀ ਚੀਜ਼ ਹੈ। ਦੂਸਰੀ ਚੀਜ਼ ਵੀ ਇੱਥੋਂ ਹੀ ਖੜੀ ਹੁੰਦੀ ਹੈ ਕਿ ਇੱਕ ਤਰਫ ਤੋਂ ਤਾਂ SGPC ਭਾਈ ਬਲਵਿੰਦਰ ਸਿੰਘ ਜਟਾਣਾ ਦੇ ਯੋਗਦਾਨ ਨੂੰ ਅਪਰੀਸ਼ੀਏਟ ਕਰਦੀ ਹੋਈ ਉੱਥੇ ਤਸਵੀਰ ਉਹਨਾਂ ਦੀ ਸਥਾਪਿਤ ਕਰਨਾ ਚਾਹ ਰਹੀ ਹੈ, ਔਰ ਦੂਸਰੇ ਪਾਸੇ SYL ਗਾਣਾ ਬੈਨ ਕਰ ਦਿੱਤਾ ਗਿਆ। ਸੈਂਟਰ ਸਰਕਾਰ ਵੱਲੋਂ ਇੱਕ ਆਪਣਾ ਫਰੀडम ਆਫ ਐਕਸਪ੍ਰੈਸ਼ਨ ਆਪਾਂ ਕਹਿ ਸਕਦੇ ਹਾਂ ਕਿ ਉਸ ਇੱਕ ਤਰ੍ਹਾਂ ਨਾਲ ਉਸ ਫਰੀडम ਆਫ ਐਕਸਪ੍ਰੈਸ਼ਨ ਦਾ ਕਾਣ ਹੋਇਆ ਹੈ। ਜਾਂ ਹੋਰ ਵੀ ਆਪਣੇ SYL ਨੂੰ ਲੈ ਕੇ ਅਗਰ ਆਪਾਂ ਦੇਖੀਏ ਤਾਂ ਕੋਈ ਖਾਸ ਬਹਿਸ, ਚਰਚਾ, ਧਰਨਾ ਪ੍ਰਦਰਸ਼ਨ ਜਾਂ ਕੋਈ ਵੀ ਆਵਾਜ਼ਾਂ ਇੱਦਾਂ ਦੀਆਂ ਨਹੀਂ ਉੱਠਦੀਆਂ ਜਿਹਦੇ ਤੇ ਆਪਾਂ ਡਿਮਾਂਡ ਕਰ ਸਕੀਏ। ਸੋ SYL ਦੇ ਫੇਵਰ ਦੇ ਵਿੱਚ SGPC ਨਹੀਂ ਲੱਗ ਰਹੀ ਹੈਗੀ। ਹਾਂ, ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਉਸ SYL ਨੂੰ ਰੋਕਿਆ, ਉਹਨਾਂ ਦੇ ਫੇਵਰ ਦੇ ਵਿੱਚ SYL ਹੈ। ਸੋ ਇਟ ਇਜ਼ ਅ ਰਿਡਲ, ਇਟ ਇਜ਼ ਅ ਕਨਫਿਊਜ਼ਿੰਗ ਸਟੇਟ ਰਾਈਟ ਨਾਓ, ਔਰ SGPC ਦਾ ਇਹਦੇ ਤੇ ਕੋਈ ਖਾਸ ਸਪਸ਼ਟ ਬਿਆਨ ਜਿਹੜੇ ਆ ਉਹ ਦੇਖਣ ਨੂੰ ਨਹੀਂ ਮਿਲੇ। ਇਸੇ ਤੋਂ ਆਪਾਂ ਨੈਕਸਟ ਪੁਆਇੰਟ ਤੇ ਮੂਵ ਹੁੰਦੇ ਆ, ਉਹ ਵੀ SYL ਇਨ ਇਟਸੈਲਫ। SYL ਸਤਲੁਜ ਯਮੁਨਾ ਲਿੰਕ ਨਹਿਰ ਜਿਹੜੀ ਸੀ ਉਹ ਬਣਨੀ ਸੀ, ਆਪਾਂ ਨੂੰ ਪਤਾ 1976 ਤੋਂ ਜਿਹੜੀ ਉਹਦੀ ਨੋਟੀਫਿਕੇਸ਼ਨ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਦਾ ਰੂਪਰੇਖਾ ਜਿਹੜੀ ਉਹ ਡਿਸਾਈਡ ਹੁੰਦੀ ਹੈ। ਉਸ ਤੋਂ ਬਾਅਦ 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਹੈ, ਜਿੱਥੇ ਇਹ ਚੀਜ਼ ਜਿਹੜੀਆਂ ਇਤਿਹਾਸਿਕ ਜਿਹੜੇ ਪੱਖ ਤੋਂ ਆਪਾਂ ਅਗਰ ਦੇਖੀਏ ਤਾਂ ਕਈ ਥਾਵਾਂ ਤੇ ਮੌਜੂਦ ਆਪਾਂ ਨੂੰ ਪੜ੍ਹਨ ਨੂੰ ਮਿਲਦੀ ਹੈ ਕਿ ਹਰਿਆਣਾ ਦੇ CM ਵੱਲੋਂ ਔਰ ਪੰਜਾਬ ਦੇ CM ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਸਮੇਂ ਮੀਟਿੰਗ ਕੀਤੀ ਗਈ, ਔਰ ਚੈੱਕ ਵੀ ਜਿਹੜਾ ਐਕਸਚੇਂਜ ਹੋਇਆ, ਔਰ SYL ਨੂੰ ਬਣਾਉਣ ਦੇ ਲਈ ਜ਼ਮੀਨ ਐਕਵਾਇਰ ਕਰਨ ਦਾ ਫਰਮਾਨ ਵੀ
ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਚੀਫ ਮਿਨਿਸਟਰ ਸੀਗੇ ਪੰਜਾਬ ਦੇ, ਉਹਨਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ। ਔਰ ਇੱਥੇ ਇਹ ਵੀ ਚੀਜ਼ ਕਹਿਣ ਨੂੰ ਆਉਂਦੀ ਹੈ ਕਿ ਉਸ ਟਾਈਮ ਜਿਹੜੇ ਜਥੇਦਾਰ ਟੌੜਾ ਸੀਗੇ, ਉਹਨਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਰੋਕਿਆ ਗਿਆ ਕਿ ਇਹ ਚੀਜ਼ ਆਪਣੇ ਲਈ ਸਹੀ ਨਹੀਂ ਹੈਗੀ, ਤਾਂ ਨਹੀਂ ਕਰਨੀ ਚਾਹੀਦੀ, ਤਾਂ ਜਾ ਕੇ ਉਹ ਜਿਹੜਾ ਪ੍ਰੋਗਰਾਮ ਵੀ ਫਰਦਰ ਡਿਸਾਈਡ ਕੀਤਾ ਗਿਆ ਸੀ ਉਹਨੂੰ ਕੈਂਸਲ ਕੀਤਾ ਗਿਆ। ਸੋ ਇੱਥੇ ਪ੍ਰਕਾਸ਼ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਵੱਲੋਂ ਹੀ ਸਭ ਤੋਂ ਪਹਿਲਾਂ ਜ਼ਮੀਨ ਐਕਵਾਇਰ ਕਰਨ ਦੇ ਫਰਮਾਨ ਜਾਰੀ ਹੁੰਦੇ। ਉਸ ਤੋਂ ਬਾਅਦ ਆਪਾਂ ਜਾਣਦੇ ਕਪੂਰੀ ਦਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਸ਼ਾਮਿਲ ਹੁੰਦਾ, ਲਗਾਇਆ ਜਾਂਦਾ। ਉਸ ਤੋਂ ਬਾਅਦ ਇੱਕ 84 ਦਾ ਦੌਰ ਆਉਂਦਾ ਆ, ਮਾੜਾ ਦੌਰ ਆਉਂਦਾ, ਕਾਲਾ ਦੌਰ ਆਉਂਦਾ ਪੰਜਾਬ ਤੇ। ਔਰ ਉਸ ਤੋਂ ਬਾਅਦ ਰਾਜੀਵ ਲੌਂਗੋਵਾਲ ਅਕੋਰਡ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਸਮਝੌਤਾ ਹੁੰਦਾ ਉਹਦੇ ਵਿੱਚ SYL ਇੱਕ ਤਰ੍ਹਾਂ ਦਾ ਫਿਰ ਪੱਕਾ ਹੋ ਜਾਂਦਾ ਕਿ ਪੰਜਾਬ ਬਣਾਏਗਾ। ਉਹ ਜਿਹੜੀ ਉਸਾਰੀ ਵੀ SYL ਦੀ ਸ਼ੁਰੂ ਕੀਤੀ ਗਈ ਸੀ ਪੰਜਾਬ ਦੇ ਵਿੱਚ, ਉਹ ਵੀ ਬਰਨਾਲਾ ਸਰਕਾਰ ਵੇਲੇ ਸ਼ੁਰੂ ਕੀਤੀ ਗਈ। ਔਰ ਬਰਨਾਲਾ ਸਰਕਾਰ ਅਗੇਨ ਸ਼੍ਰੋਮਣੀ ਅਕਾਲੀ ਦਲ ਸਰਕਾਰ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਔਰ SGPC ਦਾ ਕੀ ਰਿਲੇਸ਼ਨ ਹੈ? ਇਹ ਇੱਕੋ ਹੀ ਰੂਟਸ ਤੋਂ ਪੈਦਾ ਹੋਈਆਂ ਜਥੇਬੰਦੀਆਂ ਨੇ ਜਿਹੜੀਆਂ ਸਿੱਖ ਧਰਮ ਦੇ ਨਾਲ ਜੁੜੀਆਂ ਨੇ, ਜਿਹੜੀਆਂ ਪੰਥਕ ਨੇ ਆਪਣੀਆਂ ਜਥੇਬੰਦੀਆਂ। ਸੋ ਆਪਾਂ ਇਹ ਨਹੀਂ ਬਿਲਕੁਲ ਵੀ ਕਹਿ ਸਕਦੇ ਕਿ ਇਹ ਦੋਨੋਂ ਸੇਮ ਨੇ, ਔਰ ਨਾ ਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਦੋਨੋਂ ਬਿਲਕੁਲ ਅਲੱਗ ਨੇ। ਸੋ ਦੇ ਗੋ ਸਾਈਡ ਬਾਈ ਸਾਈਡ। ਇਸ ਟਾਈਮ ਦੇ ਉੱਤੇ ਅਗਰ ਆਪਾਂ ਦੇਖੀਏ ਤਾਂ SGPC ਦੀ ਜਿਹੜੀ ਇਹ ਮੂਵ ਹੈ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਲਗਾਉਣੀ ਹੈ। ਹੁਣ ਅਗਰ ਆਪਾਂ ਇਸ ਚੀਜ਼ ਨੂੰ ਇਹ ਅਗੇਨ ਇੱਕ ਰਿਡਲ ਪੈਦਾ ਹੁੰਦੀ ਹੈ ਕਿ SYL ਕਨਾਲ ਬਣਾਈ ਵੀ ਉਸੇ ਜਥੇਬੰਦੀ ਵੱਲੋਂ ਜਾਂਦੀ ਹੈ ਜਿਹੜੀ ਪੰਥਕ ਜਥੇਬੰਦੀ ਹੈ, ਜਿਹੜੀ ਪੰਥਕ ਸਿਆਸੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ। ਉਹਨਾਂ ਦੀਆਂ ਸਰਕਾਰਾਂ ਵੱਲੋਂ ਹੀ SYL ਦੀ ਜ਼ਮੀਨ ਐਕਵਾਇਰ ਕਰਨ ਦੇ ਫਰਮਾਨ ਔਰ ਉਸ ਤੋਂ ਬਾਅਦ ਬੇਸ਼ੱਕ ਧਰਨੇ ਵੀ ਲਾਏ ਗਏ, ਪ੍ਰੋਟੈਸਟ ਕੀਤੇ ਗਏ, ਪਰ ਉਸਾਰੀ ਵੀ ਬਾਅਦ ਵਿੱਚ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਔਰ ਜਿਹੜਾ ਬਲਵਿੰਦਰ ਸਿੰਘ ਜਟਾਣਾ ਜਿਹਨੇ ਆ ਕੇ ਆਪਣਾ ਇੱਕ ਵਾਇਲੈਂਟ ਐਕਟ ਕੀਤਾ, ਉਹਨਾਂ ਹਾਲਾਤਾਂ ਦੇ ਅਕੋਰਡਿੰਗਲੀ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਕਿਉਂਕਿ ਉਸ ਸਮੇਂ ਦੇ ਸਰਕਮਸਟੈਂਸਸ ਸੀ ਜਿਹਦੇ ਨਾਲ ਉਹ ਵਾਇਲੈਂਸ ਆ, ਜਿਹਨੂੰ ਮੈਂ ਜਾਇਜ਼ ਨਹੀਂ ਮੰਨਦੀ, ਪਰ ਮੈਂ ਉਸ ਸਮੇਂ ਦੇ ਜਿਹੜੇ ਸਰਕਮਸਟੈਂਸਸ ਸੀ ਉਹਨਾਂ ਨੂੰ ਸਮਝਦੀ ਹਾਂ। ਸੋ ਬਲਵਿੰਦਰ ਸਿੰਘ ਜਟਾਣਾ ਜੀ ਦੀ ਤਸਵੀਰ ਨੂੰ ਲਾਏ ਜਾਣਾ ਔਰ ਐਟ ਦ ਸੇਮ ਟਾਈਮ ਉਹ ਅਕਾਲੀ ਦਲ ਜਿਨ੍ਹਾਂ ਦੇ ਲੀਡਰਸ ਵੱਲੋਂ SYL ਦਾ ਸਮਰਥਨ ਕੀਤਾ ਗਿਆ, ਜਿਨ੍ਹਾਂ ਨੇ ਇੰਡੋਰਸ ਕੀਤਾ SYL ਨੂੰ, ਉਹਨਾਂ ਨੂੰ ਵੀ ਪੈਰਲਲ ਚਲਾਉਣਾ। ਸੋ ਇਹ ਜਿਹੜੀ ਚੀਜ਼ ਆ ਇਹ ਅਗੇਨ ਕਨਫਿਊਜ਼ਿੰਗ ਸਟੇਟ ਦੇ ਵਿੱਚ ਪਾਉਂਦੀ ਆ ਜਿਹੜੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਲੋਕ ਆ, ਜਿਹੜੇ ਇਹਨਾਂ ਨੂੰ ਐਲਾਨਾਂ ਨੂੰ ਸੁਣਦੇ ਆ ਔਰ ਉਹਨਾਂ ਨੂੰ ਸਮਝਣ ਦੇ ਵਿੱਚ ਇਹ ਉਹਨਾਂ ਦੀ ਅੰਡਰਸਟੈਂਡਿੰਗ ਤੋਂ ਬਾਹਰ ਆ, ਉਹਨਾਂ ਨੂੰ ਦੁਚਿੱਤੀ ਚ ਪਾਉਂਦੀ ਆ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ SGPC ਵੱਲੋਂ ਐਲਾਨ ਹੁੰਦੇ ਆ, ਜਿਹਦੇ ਵਿੱਚ ਜ਼ਿਆਦਾ ਡੂੰਘਾਈ 'ਚ ਜਾ ਕੇ ਐਵੇਂ ਲੱਗਦਾ ਕਿ SGPC ਨੇ ਨਹੀਂ ਸੋਚਿਆ। ਸੋ ਮੇਰਾ ਕਹਿਣ ਦਾ ਭਾਵ ਸਿਰਫ ਇੰਨਾ ਸੀ ਵੀ ਇੱਕ ਪਾਸੇ ਤੁਸੀਂ ਉਹਨਾਂ ਨੂੰ ਵੀ ਇੰਡੋਰਸ ਕਰਦੇ ਹੋ ਜਿਨ੍ਹਾਂ ਨੇ SYL ਬਣਾਉਣ ਦਾ ਕੰਮਾਂ ਦੀਆਂ ਉਸਾਰੀਆਂ ਸ਼ੁਰੂ ਕੀਤੀਆਂ ਔਰ ਸਾਰੇ ਕੰਮ ਦੇ ਵਿੱਚ ਯੋਗਦਾਨ ਪਾਇਆ, ਜਿਹੜੇ ਉਸ ਸਮੇਂ ਸੱਤਾ ਦੇ ਵਿੱਚ ਸੀ, ਜਿਹੜੇ ਮੁੱਖ ਮੰਤਰੀ ਰਹੇ ਨੇ, ਔਰ ਦੂਸਰੇ ਪਾਸੇ ਤੁਸੀਂ ਉਹਨਾਂ ਨੂੰ ਵੀ ਇੰਡੋਰਸ ਕਰ ਰਹੇ ਹੋ ਜਿਨ੍ਹਾਂ ਨੇ SYL ਦਾ ਕੰਮ ਰੋਕਿਆ। ਸੋ ਇਹ ਇੱਕ ਤਰ੍ਹਾਂ ਨਾਲ ਦੋਗਲਾਪਨ ਲੱਗਦਾ ਹੈ। ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਵੀ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਨਵੀਂ ਆਈ ਹੋਈ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਸਾਰੀਆਂ ਹੀ SYL ਦੇ ਖਿਲਾਫ ਬੋਲਦੀਆਂ ਨੇ। ਲੇਕਿਨ SGPC ਦਾ ਜਿਹੜਾ ਸਟੈਂਡ ਆ ਉਹ ਵੀ ਆਪਾਂ ਜ਼ਿਊਮ ਕਰ ਸਕਦੇ ਹਾਂ ਸਰਟਨਲੀ SYL ਦੇ ਖਿਲਾਫ ਹੈ। ਅਗਰ SYL ਦੇ ਖਿਲਾਫ SGPC ਦਾ ਸਟੈਂਡ ਹੈ, ਅਗਰ SGPC ਵੀ ਉਹੀ ਇੱਕ ਆਪਣਾ ਉਹਨਾਂ ਦਾ ਥਾਟ ਹੈਗਾ ਕਿ ਤੁਪਕਾ ਨਹੀਂ ਦਿੰਦੇ, ਤਾਂ ਫਿਰ SGPC ਦੇ ਲਈ ਕੀ ਇਹ ਸਫੀਸ਼ੀਐਂਟ ਆ? ਇਹਦੇ ਨਾਲ SYL ਬਣਨ ਦਾ ਮੁੱਦਾ ਜਾਂ ਉਹਦਾ ਜਿਹੜਾ ਇਨਸਾਫ ਆ ਜਾਂ ਉਹਦਾ ਹੱਲ ਆ ਉਹ ਨਿਕਲ ਆਏਗਾ ਕਿ ਭਾਈ ਜਟਾਣਾ ਦੀ ਤਸਵੀਰ ਲਗਾ ਦਿੱਤੀ ਜਾਵੇ? ਇਜ਼ ਦੈਟ ਸਫੀਸ਼ੀਐਂਟ? SYL ਦੇ ਹੱਕ ਦੇ ਵਿੱਚ ਜੋ ਪੰਜਾਬ ਦਾ ਰਾਈਟ ਹੈ, ਜੋ ਪੰਜਾਬ ਦਾ ਇੱਕ ਬੁਨਿਆਦੀ ਮੁੱਦਾ ਆ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ SGPC ਵੱਲੋਂ ਪਿਛਲੇ ਅਗਰ ਆਪਾਂ ਇੱਕ ਦਹਾਕੇ ਤੋਂ ਦੇਖ ਲਈਏ ਤਾਂ ਕਿਤੇ ਕਿੰਨੇ ਕੁ ਪ੍ਰਦਰਸ਼ਨ ਹੋਏ ਨੇ, ਕਿਤੇ ਕਿੰਨੇ ਕੁ ਕਾਨਫਰੰਸਿਸ, ਸੈਮੀਨਾਰਸ ਜਾਂ ਕਿਸੇ ਵੀ ਤਰ੍ਹਾਂ ਦੀ ਵਾਰਤਾਲਾਪ ਸਟਾਰਟ ਕੀਤੀ ਗਈ SGPC ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਕੋਈ ਹੋਰ ਪੰਥਕ ਪਾਰਟੀ ਵੱਲੋਂ। ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਪੰਥਕ ਧਿਰਾਂ ਨੇ ਆਪਣੀਆਂ, ਉਹ ਸੱਤਾ ਦੇ ਵਿੱਚ ਨਹੀਂ ਨੇ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਨਹੀਂ ਆ। ਪਿਛਲੇ ਸਾਲ 2017 ਦੇ ਵਿੱਚ ਚੋਣਾਂ ਹਾਰ ਗਿਆ ਸੀ, ਉਦੋਂ ਤੋਂ ਲੈ ਕੇ ਹੁਣ 2022 ਦੇ ਵਿੱਚ ਵੀ ਚੋਣਾਂ ਹਾਰ ਗਿਆ। ਸੋ ਲਾਸਟ ਟਰਮ ਦੇ ਵਿੱਚ ਵੀ ਉਹਨਾਂ ਦੀ ਵਾਰੀ ਨਹੀਂ ਆਈ ਔਰ ਇਹ ਵੀ 5 ਸਾਲ ਗਏ। ਇਸ ਤੋਂ ਇਲਾਵਾ ਅਗਰ ਆਪਾਂ ਇੱਕ ਹੋਰ ਫਿਨੋਮੇਨਾ ਲੋਕ ਸਭਾ ਜਿਮਨੀ ਚੋਣਾਂ ਤੋਂ ਬਾਅਦ ਦੇਖੀਏ ਤਾਂ ਜਿਹੜੀ ਪੰਥਕ ਪੋਲੀਟੀਕਲ ਸਪੇਸ ਆ ਉਹਦੇ ਵਿੱਚ ਵੀ ਸ਼ਿਫਟ ਆਉਂਦਾ ਹੋਇਆ ਦਿਖ ਰਿਹਾ ਆ। ਜਿਵੇਂ ਕਿ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਜਿੱਤ ਹੋਈ ਆ ਉਹ ਇੱਕ ਇਟ ਵਾਜ਼ ਅ ਸ਼ੌਕ ਐਂਡ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਇਨ ਦਾ ਲਾਸਟ ਹੈ। ਸੋ ਮੇ ਵੀ ਇਹੋ ਜਿਹੀਆਂ ਜਿਹੜੀਆਂ
ਪੋਲੀਟੀਕਲ ਸਿਚੁਏਸ਼ਨਸ ਜਿਹੜੀਆਂ ਪੰਥਕ ਐਰੀਨਾ ਦੇ ਵਿੱਚ ਅਰਾਈਜ਼ ਹੋਈਆਂ ਆ, ਮੇ ਬੀ ਇਹ ਚੀਜ਼ਾਂ ਮਜਬੂਰ ਕਰ ਰਹੀਆਂ ਹੋਣ ਕੁਝ ਕੁ ਪੰਥਕ ਜਥੇਬੰਦੀਆਂ ਨੂੰ ਕਿ ਇੱਦਾਂ ਦੇ ਪੋਲੀਟੀਕਲ ਗਿਮਿਕਸ ਖੇਲਣੇ ਪੈ ਰਹੇ ਆ। ਸੋ ਮੈਂ ਇਹਨੂੰ ਪੋਲੀਟੀਕਲ ਗਿਮਿਕ ਇਸ ਕਰਕੇ ਵੀ ਕਹਿ ਰਹੀ ਹਾਂ। ਮੈਂ ਇਹ ਉਮੀਦ ਕਰਦੀ ਹਾਂ ਕਿ ਇਹ ਪੋਲੀਟੀਕਲ ਗਿਮਿਕ ਨਹੀਂ ਹੋਏਗਾ, ਕਿਉਂਕਿ ਗੁਰਦੁਆਰਾ ਦੀਆਂ ਚੋਣਾਂ ਵੀ ਆਉਣ ਦੀ ਸੰਭਾਵਨਾ ਹੈਗੀ ਆ। SGPC ਵਰਗੀ ਉੱਤਮ ਸੰਸਥਾ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਤਿਹਾਸ ਨੂੰ ਵੀ ਧਿਆਨ ਦੇ ਵਿੱਚ ਰੱਖਣਗੇ, ਪਲੱਸ ਭਵਿੱਖ ਨੂੰ ਵੀ ਬਹੁਤ ਅੱਗੇ ਤੱਕ ਜਾ ਕੇ ਦੇਖਣਗੇ ਕਿ ਜਿਹੜਾ ਸਿੱਖ ਯੂਥ ਹੈ ਜਾਂ ਪੰਜਾਬ ਦਾ ਯੂਥ ਆ ਉਹ ਕਿਹੜੇ ਪਾਸੇ ਨੂੰ ਜਾਏਗਾ। ਮੈਂ ਇਹ ਖਾਸ ਤੌਰ ਤੇ ਵੀਡੀਓ ਬਣਾਉਣ ਦਾ ਸੰਦਰਭ ਇੱਥੋਂ ਪੈਦਾ ਹੋਇਆ ਬਿਕੋਜ਼ ਜਿਸ ਤਰ੍ਹਾਂ ਦਾ ਮਾਹੌਲ ਇੱਕ ਐਕਸਟ੍ਰੀਮ ਰਾਈਟ ਦਾ ਬਣ ਰਿਹਾ, ਜਾਂ ਜਿੱਦਾਂ ਦਾ ਇੱਕ ਯੂਥ ਨੂੰ ਅਗਰ ਆਪਾਂ ਆਪਣੇ ਪੰਜਾਬ ਦੇ ਨੂੰ ਦੇਖਦੇ ਹਾਂ ਤਾਂ ਉਹਨਾਂ ਨੂੰ ਇਤਿਹਾਸ ਦੀ ਗੂੜੀ ਸਮਝ ਨਹੀਂ ਆ। ਉਹ ਇਤਿਹਾਸ ਦੀਆਂ ਕੁਝ ਕੁ ਘਟਨਾਵਾਂ ਨੂੰ ਚੱਕਦੇ ਨੇ ਜਿਹੜੀਆਂ ਉਹਨਾਂ ਨੂੰ ਫਿਲਮਾਂ, ਗਾਣਿਆਂ ਜਾਂ ਕੁਝ ਇੱਦਾਂ ਦੀ ਐਂਟਰਟੇਨਮੈਂਟ ਸਾਧਨਾਂ ਤੋਂ ਮਿਲਦੀਆਂ ਨੇ, ਔਰ ਉਹਨਾਂ ਲਈ ਉਹ ਐਂਟਰਟੇਨਮੈਂਟ ਨੇ। ਔਰ ਉਹੀ ਘਟਨਾਵਾਂ ਜੋ ਇਤਿਹਾਸ 'ਚ ਵਾਪਰੀਆਂ ਨੇ ਉਹਨਾਂ ਨੂੰ ਉਹ ਥੋੜ੍ਹਾ ਜਿਹਾ ਐਡਵੈਂਚਰਸ ਸਮਝ ਕੇ ਇੱਕ ਰੈਡੀਕਲਾਈਜੇਸ਼ਨ ਨੂੰ ਰੋਮੈਂਟਿਸਾਈਜ਼ ਕਰਦੇ ਨੇ। ਮਤਲਬ ਉਸ ਸਮੇਂ ਦਾ ਜਿਹੜਾ ਖਾੜਕੂਵਾਦ ਸੀਗਾ ਜਾਂ ਉਸ ਸਮੇਂ ਦਾ ਜਿਹੜਾ ਉਹ ਸਿਚੁਏਸ਼ਨਾਂ ਸੀਗੀਆਂ ਉਹਨਾਂ ਰੋਮਾਂਸੀਕਰਨ ਕਰਦੇ ਆ। ਉਹਨਾਂ ਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਜੋ ਕਿ ਆਪਣੇ ਲਈ, ਆਪਣੇ ਭਵਿੱਖ ਦੇ ਲਈ ਚੰਗਾ ਨਹੀਂ ਹੈ। ਆਪਣੇ ਯੂਥ ਨੂੰ, ਜਿਹੜਾ ਪੰਜਾਬ ਦਾ ਯੂਥ ਹੈ, SGPC ਨੂੰ ਇਹ ਚਾਹੀਦਾ ਹੈ ਕਿ ਪੰਜਾਬ ਦੇ ਯੂਥ ਨੂੰ ਇਤਿਹਾਸ ਦੀ ਬਿਹਤਰ ਸਮਝ ਬਣੇ, ਉਹਨਾਂ ਨੂੰ ਇਤਿਹਾਸ ਦੀ ਸਮਝ ਹੋਵੇ, ਨਾ ਕਿ ਸਿਰਫ ਉਹਨਾਂ ਨੇ ਪੜ੍ਹਿਆ ਹੋਵੇ, ਉਹਨਾਂ ਨੂੰ ਹਰ ਪੱਖ ਤੋਂ, ਹਰ ਹਾਲਾਤਾਂ ਦੀ ਸਮਝ ਹੋਵੇ। ਇਹਦੇ ਵਿੱਚ SGPC ਨੂੰ ਆਪਣਾ ਯੋਗਦਾਨ ਨਿਭਾਉਣਾ ਚਾਹੀਦਾ ਆ। ਫਿਰ ਇਹ ਲੋੜ ਨਹੀਂ ਪਏਗੀ, ਫਿਰ ਇਹ ਜ਼ਰੂਰਤ ਨਹੀਂ ਪਏਗੀ ਕਿ ਕੋਈ ਸਿੰਗਰ, ਮਰਹੂਮ ਸਿੰਗਰ ਦਾ ਗਾਣਾ ਰਿਲੀਜ਼ ਹੋਵੇ ਔਰ ਉਹਦੇ ਵਿੱਚੋਂ ਜਿਨ੍ਹਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਦੇ ਵਿੱਚ ਲਾਈਆਂ ਜਾਣੀਆਂ ਨੇ ਉੱਥੋਂ ਯਾਦ ਆਵੇ SGPC ਨੂੰ ਕਿ ਹਾਂ ਇਹ ਤਾਂ ਤਸਵੀਰ ਲਗਾਉਣੀ ਚਾਹੀਦੀ ਹੈ। ਸੋ ਮੇਰਾ ਪੁਆਇੰਟ ਇੱਥੇ ਸਿਰਫ ਇਸ ਐਲਾਨ ਜੋ SGPC ਨੇ ਕੀਤਾ ਇਹਦੇ ਪਿਛਲੇ ਕੁਝ ਕੁ ਘਟਨਾਕ੍ਰਮ ਜਾਂ ਕੁਝ ਕੁ ਸਵਾਲ ਜਾਂ ਕੁਝ ਤੱਥ ਸੀਗੇ ਜਿਨ੍ਹਾਂ ਨੂੰ ਤੁਹਾਡੇ ਅੱਗੇ ਰੱਖਣਾ ਸੀ। ਮੇਰੀ ਬਿਲਕੁਲ ਵੀ ਮਨਸ਼ਾ SGPC ਨੂੰ, ਉਹਨਾਂ ਦੀ ਕਿਸੇ ਮੂਵ ਨੂੰ ਕ੍ਰਿਟੀਸਾਈਜ਼ ਕਰਨ ਦੀ ਨਹੀਂ ਹੈ। ਔਰ ਅਗਰ ਕਿਸੇ ਚੀਜ਼ 'ਤੇ ਤੁਹਾਡਾ ਵਿਚਾਰ ਮੇਰੇ ਨਾਲ ਸਹਿਮਤ ਨਹੀਂ ਹੈਗਾ ਜਾਂ ਸਹਿਮਤ ਹੈ ਤਾਂ ਡੂ ਸ਼ੇਅਰ ਯੋਰ ਕਮੈਂਟਸ। ਥੈਂਕ ਯੂ ਸੋ ਮਚ ਫॉर ਵਾਚਿੰਗ।